ਨਾਟੋ ਨੂੰ ਰੋਕਣ ਲਈ ਸੋਵੀਅਤ ਸੰਘ ਨੇ ਬਣਾਇਆ ਸੀ ਵਾਰਸਾ ਪੈਕਟ। ਨਾਟੋ ਨਾਲ ਨਜਿੱਠਣ ਲਈ ਸੋਵੀਅਤ ਸੰਘ ਨੇ 14 ਮਈ 1955 ਨੂੰ ਵਾਰਸਾ ਟ੍ਰੀਟੀ ਆਰਗੇਨਾਈਜੇਸ਼ਨ ਯਾਨੀ ਕਿ WTO ਜਾਂ ਵਾਰਸਾ ਪੈਕਟ ਦਾ ਸੰਗਠਨ ਕੀਤਾ। ਵਾਰਸਾ ਪੈਕਟ ਸੋਵੀਅਤ ਸੰਘ ਸਮੇਤ 8 ਦੇਸ਼ਾਂ ਅਲਬਾਨੀਆ, ਬੁਲਗਾਰੀਆ, ਚੈਕੋਸਲੋਵਾਕੀਆ, ਪੂਰਬੀ ਜਰਮਨੀ, ਹੰਗਰੀ, ਪੋਲੈਂਡ, ਰੋਮਾਨੀਆ ਦੇ ਵਿੱਚ ਹੋਇਆ ਸੀ। ਸੋਵੀਅਤ ਸੰਘ ਦੀ ਵੰਡ ਤੋਂ ਬਾਅਦ 1 ਜੁਲਾਈ 1991 ਨੂੰ ਵਾਰਸਾ ਪੈਕਟ ਖਤਮ ਹੋ ਗਿਆ। ਨਾਟੋ ਦੇ ਗਠਨ ਦੇ ਸਮੇਂ ਇਸ ਵਿੱਚ ਸਿਰਫ 12 ਦੇਸ਼ ਸਨ। ਇਸ ਤੋਂ ਬਾਅਦ ਅਗਲੇ 6 ਸਾਲਾਂ ਵਿੱਚ ਯਾਨੀ ਕਿ 1955 ਤੱਕ ਇਸ ਵਿੱਚ 3 ਹੋਰ ਦੇਸ਼ ਤੁਰਕੀ, ਗਰੀਸ ਅਤੇ ਪੱਛਮੀ ਜਰਮਨੀ ਜੁੜੇ। ਸੋਵੀਅਤ ਸੰਘ ਦੇ ਨਾਲ ਅਮਰੀਕਾ ਦੀ ਕੋਲਡ ਵਾਰ ਦੇ ਦੌਰਾਨ ਨਾਟੋ ਦਾ ਵਿਸਤਾਰ ਲਗਭਗ ਰੁਕਿਆ ਰਿਹਾ। ਇਸ ਦੌਰਾਨ ਸਿਰਫ 1982 ਵਿੱਚ ਸਪੇਨ ਹੀ ਨਾਟੋ ਦੇ ਨਾਲ ਜੁੜਿਆ, ਪਰ ਸੋਵੀਅਤ ਸੰਘ ਦੇ ਟੁਕੜੇ ਹੋਣ ਤੋਂ ਬਾਅਦ ਇਸ ਨੇ ਤੇਜ਼ੀ ਨਾਲ ਵਿਸਤਾਰ ਕੀਤਾ। ਨਾਟੋ ਨਾਲ ਜੁੜਨ ਵਾਲਾ ਆਖਰੀ ਦੇਸ਼ ਉੱਤਰੀ ਮੈਸੇਡੋਨੀਆ ਸੀ, ਜੋ 2020 ਵਿੱਚ ਇਸ ਦੇ ਨਾਲ ਜੁੜਿਆ। ਨਾਟੋ ਦੇ ਹੁਣ ਤੱਕ ਕੁੱਲ 30 ਮੈਂਬਰ ਦੇਸ਼ ਹਨ। ਰੂਸ ਅਤੇ ਯੂਕਰੇਨ ਵਿਵਾਦ ਦੀ ਵਜ੍ਹਾ ਕਿਵੇਂ ਬਣਿਆ ਨਾਟੋ? 1991 ਵਿੱਚ ਸੋਵੀਅਤ ਸੰਘ ਦੀ ਵੰਡ ਤੋਂ ਬਾਅਦ ਨਾਟੋ ਨੇ ਖਾਸ ਤੌਰ ਤੇ ਯੂਰਪ ਅਤੇ ਸੋਵੀਅਤ ਸੰਘ ਦਾ ਹਿੱਸਾ ਰਹੇ ਦੇਸ਼ਾਂ ਦੇ ਵਿੱਚ ਤੇਜ਼ੀ ਨਾਲ ਪ੍ਰਸਾਰ ਕੀਤਾ। 2004 ਵਿੱਚ ਨਾਟੋ ਨੇ ਸੋਵੀਅਤ ਸੰਘ ਦਾ ਹਿੱਸਾ ਰਹੇ 3 ਦੇਸ਼ਾਂ ਲਾਤਵੀਆ, ਐਸਤੋਨੀਆ ਅਤੇ ਲਿਥੁਆਨੀਆ ਨੂੰ ਆਪਣੇ ਵਿੱਚ ਸ਼ਾਮਲ ਕੀਤਾ। ਇਹਨਾਂ ਤਿੰਨਾਂ ਦੇਸ਼ਾਂ ਦੀ ਸਰਹੱਦ ਰੂਸ ਦੇ ਨਾਲ ਲੱਗਦੀ ਹੈ। 1999 ਵਿੱਚ ਪੋਲੈਂਡ, 2004 ਵਿੱਚ ਬੁਲਗਾਰੀਆ ਵਰਗੇ ਯੂਰਪੀ ਦੇਸ਼ ਵੀ ਨਾਟੋ ਦੇ ਮੈਂਬਰ ਬਣ ਚੁੱਕੇ ਨੇ। ਇਹ ਸਾਰੇ ਦੇਸ਼ ਰੂਸ ਦੇ ਆਸ-ਪਾਸ ਹਨ ਅਤੇ ਇਹਨਾਂ ਤੇ ਰੂਸ ਦੇ ਵਿਚਕਾਰ ਸਿਰਫ ਯੂਕਰੇਨ ਪੈਂਦਾ ਹੈ। ਯੂਕਰੇਨ ਬੀਤੇ ਕਈ ਸਾਲਾਂ ਤੋਂ ਨਾਟੋ ਨਾਲ ਜੁੜਨ ਦੀ ਕੋਸ਼ਿਸ਼ ਕਰ ਰਿਹਾ ਹੈ। ਉਸ ਦੀ ਹਾਲੀਆ ਕੋਸ਼ਿਸ਼ ਦੇ ਕਾਰਨ ਹੀ ਰੂਸ ਨੇ ਯੂਕਰੇਨ ਤੇ ਹਮਲਾ ਬੋਲ ਦਿੱਤਾ। ਦੱਸ ਦਈਏ ਕਿ ਯੂਕਰੇਨ ਦੀ ਰੂਸ ਦੇ ਨਾਲ 2200 ਕਿਲੋਮੀਟਰ ਤੋਂ ਜ਼ਿਆਦਾ ਲੰਬੀ ਸਰਹੱਦ ਲੱਗਦੀ ਹੈ। ਰੂਸ ਦਾ ਮੰਨਣਾ ਹੈ ਕਿ ਜੇਕਰ ਯੂਕਰੇਨ ਨਾਟੋ ਨਾਲ ਜੁੜਦਾ ਹੈ ਤਾਂ ਨਾਟੋ ਫੌਜਾਂ ਯੂਕਰੇਨ ਦੇ ਬਹਾਨੇ ਰੂਸੀ ਸਰਹੱਦ ਤੱਕ ਪਹੁੰਚ ਜਾਣਗੀਆਂ। ਯੂਕਰੇਨ ਦੇ ਨਾਟੋ ਨਾਲ ਜੁੜਨ ਤੋਂ ਬਾਅਦ ਰੂਸ ਦੀ ਰਾਜਧਾਨੀ ਮਾਸਕੋ ਪੱਛਮੀ ਦੇਸ਼ਾਂ ਤੋਂ ਸਿਰਫ 640 ਕਿਲੋਮੀਟਰ ਦੂਰ ਰਹਿ ਜਾਏਗੀ। ਹੁਣ ਤੱਕ ਇਹ ਦੂਰੀ 1600 ਕਿਲੋਮੀਟਰ ਹੈ। ਰੂਸ ਚਾਹੁੰਦਾ ਹੈ ਕਿ ਯੂਕਰੇਨ ਇਹ ਗਾਰੰਟੀ ਦੇਵੇ ਕਿ ਕਦੇ ਵੀ ਨਾਟੋ ਨਾਲ ਨਹੀਂ ਜੁੜੇਗਾ। ਅਮਰੀਕਾ ਨਾਟੋ ਦੇ ਜ਼ਰੀਏ ਰੂਸ ਨੂੰ ਚਾਰੇ ਪਾਸੋਂ ਘੇਰ ਰਿਹਾ ਹੈ। ਸੋਵੀਅਤ ਸੰਘ ਦੇ ਟੁੱਟਣ ਤੋਂ ਬਾਅਦ 14 ਯੂਰਪੀ ਦੇਸ਼ ਨਾਟੋ ਵਿੱਚ ਸ਼ਾਮਲ ਹੋ ਚੁੱਕੇ ਨੇ। ਹੁਣ ਉਹ ਯੂਕਰੇਨ ਨੂੰ ਵੀ ਨਾਟੋ ਵਿੱਚ ਸ਼ਾਮਲ ਕਰਨਾ ਚਾਹੁੰਦਾ ਹੈ। ਨਾਟੋ ਨਾਲ ਕਿਵੇਂ ਵਿਗੜੇ ਰੂਸ ਦੇ ਸਬੰਧ? 1991 ਵਿੱਚ ਸੋਵੀਅਤ ਸੰਘ ਦੇ ਟੁੱਟਣ ਤੋਂ ਬਾਅਦ ਰੂਸ ਅਤੇ ਨਾਟੋ ਦੇ ਵਿੱਚ ਸਬੰਧ ਸਥਾਪਿਤ ਹੋਏ ਸੀ। ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੇ ਯੁੱਧ ਦਾ ਅੱਜ 5ਵਾਂ ਦਿਨ ਹੈ। ਇਸ ਵਿਚਕਾਰ ਅਸੀਂ ਲਗਾਤਾਰ ਇੱਕ ਨਾਮ ਸੁਣ ਰਹੇ ਹਾਂ, ਉਹ ਹੈ ਨਾਟੋ। ਆਖਿਰ ਨਾਟੋ ਕੀ ਹੈ ਅਤੇ ਰੂਸ ਅਤੇ ਯੂਕਰੇਨ ਦੇ ਵਿਵਾਦ ਦੀ ਵਜ੍ਹਾ ਕਿਵੇਂ ਬਣਿਆ? ਇਸ ਬਾਰੇ ਅੱਜ ਵਿਸਤਾਰਪੂਰਵਕ ਚਰਚਾ ਕਰਾਂਗੇ ਸਾਡੀ ਅੱਜ ਦੀ ਰਿਪੋਰਟ ਵਿੱਚ। ਅਮਰੀਕੀ ਦਬਦਬੇ ਵਾਲਾ ਨਾਟੋ ਰੂਸ ਯੂਕਰੇਨ ਵਿਚਕਾਰ ਸਭ ਤੋਂ ਵੱਡੀ ਵਜ੍ਹਾ ਬਣ ਕੇ ਉੱਭਰਿਆ ਹੈ। ਕਦੇ ਸੋਵੀਅਤ ਸੰਘ ਦਾ ਹਿੱਸਾ ਰਿਹਾ ਯੂਕਰੇਨ ਨਾਟੋ ਨਾਲ ਜੁੜਨਾ ਚਾਹੁੰਦਾ ਹੈ, ਜਦੋਂ ਕਿ ਰੂਸ ਆਪਣੀ ਸੁਰੱਖਿਆ ਦੇ ਲਿਹਾਜ਼ ਨਾਲ ਇਸ ਨੂੰ ਖਤਰਨਾਕ ਮੰਨਦੇ ਹੋਏ ਯੂਕਰੇਨ ਨੂੰ ਅਜਿਹਾ ਕਰਨ ਤੋਂ ਰੋਕਣ ਲਈ ਉਸ ਦੇ ਖਿਲਾਫ ਯੁੱਧ ਛਿੜ ਚੁੱਕਾ ਹੈ। ਆਖਿਰ ਕੀ ਹੈ ਨਾਟੋ? ਨਾਟੋ ਦਾ ਪੂਰਾ ਨਾਮ ਹੈ ਨਾਰਥ ਅਟਲਾਂਟਿਕ ਟ੍ਰੀਟੀ ਆਰਗੇਨਾਈਜੇਸ਼ਨ। ਇਹ ਯੂਰਪ ਅਤੇ ਉੱਤਰੀ ਅਮਰੀਕੀ ਦੇਸ਼ਾਂ ਦਾ ਇੱਕ ਫੌਜੀ ਅਤੇ ਰਾਜਨੀਤਿਕ ਗਠਜੋੜ ਹੈ। ਨਾਟੋ ਦੀ ਸਥਾਪਨਾ 4 ਅਪ੍ਰੈਲ 1949 ਨੂੰ ਹੋਈ। ਇਸ ਦਾ ਹੈੱਡਕੁਆਰਟਰ ਬੈਲਜੀਅਮ ਦੇ ਬ੍ਰਸਲਜ਼ ਵਿੱਚ ਹੈ। ਨਾਟੋ ਦੀ ਸਥਾਪਨਾ ਦੇ ਸਮੇਂ ਅਮਰੀਕਾ ਸਮੇਤ 12 ਦੇਸ਼ ਇਸ ਦੇ ਮੈਂਬਰ ਸਨ, ਪਰ ਹੁਣ ਤੱਕ 30 ਦੇਸ਼ ਇਸ ਦੇ ਮੈਂਬਰ ਬਣ ਚੁੱਕੇ ਨੇ, ਜਿਨ੍ਹਾਂ ਵਿੱਚੋਂ 28 ਯੂਰਪੀ ਯੂਨੀਅਨ ਅਤੇ 2 ਉੱਤਰੀ ਅਮਰੀਕੀ ਦੇਸ਼ ਹਨ। ਇਸ ਸੰਗਠਨ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਨਾਟੋ ਦੇਸ਼ਾਂ ਅਤੇ ਉਸ ਦੀ ਆਬਾਦੀ ਦੀ ਰੱਖਿਆ ਕਰਨਾ ਹੈ। ਨਾਟੋ ਦੇ ਆਰਟੀਕਲ 5 ਦੇ ਮੁਤਾਬਕ ਇਸ ਦੇ ਕਿਸੇ ਵੀ ਮੈਂਬਰ ਦੇਸ਼ ਦੇ ਹਮਲੇ ਨੂੰ ਨਾਟੋ ਦੇ ਸਾਰੇ ਦੇਸ਼ਾਂ ਦੇ ਉੱਪਰ ਹਮਲਾ ਮੰਨਿਆ ਜਾਵੇਗਾ। 1952 ਵਿੱਚ ਨਾਟੋ ਨਾਲ ਜੁੜਿਆ ਤੁਰਕੀ ਇਸ ਦਾ ਇੱਕ ਲੌਤਾ ਮੁਸਲਿਮ ਦੇਸ਼ ਹੈ। 12 ਦੇਸ਼ਾਂ ਨੇ ਕੀਤੀ ਸੀ ਨਾਟੋ ਦੀ ਸਥਾਪਨਾ। ਨਾਟੋ ਦੇ 12 ਸੰਸਥਾਪਕ ਦੇਸ਼ਾਂ ਵਿੱਚ ਅਮਰੀਕਾ, ਬੈਲਜੀਅਮ, ਕੈਨੇਡਾ, ਡੈਨਮਾਰਕ, ਫਰਾਂਸ, ਆਈਸਲੈਂਡ, ਇਟਲੀ, ਲਕਸਮਬਰਗ, ਨੀਦਰਲੈਂਡ, ਨਾਰਵੇ, ਪੁਰਤਗਾਲ, ਯੂਨਾਈਟਿਡ ਕਿੰਗਡਮ ਸ਼ਾਮਲ ਸਨ। ਕਿਵੇਂ ਪਈ ਨਾਟੋ ਦੀ ਨੀਂਹ? ਦੂਜੇ ਵਿਸ਼ਵ ਯੁੱਧ ਤੋਂ ਬਾਅਦ ਸੋਵੀਅਤ ਸੰਘ ਨੂੰ ਰੋਕਣ ਲਈ ਅਮਰੀਕੀ ਅਤੇ ਯੂਰਪੀ ਦੇਸ਼ਾਂ ਨੇ ਇੱਕ ਫੌਜੀ ਗਠਜੋੜ ਬਣਾਇਆ ਸੀ, ਜਿਸ ਨੂੰ ਨਾਟੋ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਦੂਜੇ ਵਿਸ਼ਵ ਯੁੱਧ ਤੋਂ ਬਾਅਦ ਸੋਵੀਅਤ ਸੰਘ ਅਤੇ ਅਮਰੀਕਾ ਦੋ ਸਭ ਤੋਂ ਵੱਡੀਆਂ ਤਾਕਤਾਂ ਬਣ ਕੇ ਉੱਭਰੇ, ਜੋ ਦੁਨੀਆ ਤੇ ਆਪਣਾ ਦਬਦਬਾ ਬਣਾਉਣਾ ਚਾਹੁੰਦੇ ਸਨ। ਇਸ ਨਾਲ ਅਮਰੀਕਾ ਅਤੇ ਸੋਵੀਅਤ ਸੰਘ ਦੇ ਸਬੰਧ ਵਿਗੜਨੇ ਸ਼ੁਰੂ ਹੋ ਗਏ ਅਤੇ ਉਹਨਾਂ ਦੇ ਵਿੱਚ ਕੋਲਡ ਵਾਰ ਦੀ ਸ਼ੁਰੂਆਤ ਹੋ ਗਈ। ਸੋਵੀਅਤ ਸੰਘ ਦੀ ਕਮਿਊਨਿਸਟ ਸਰਕਾਰ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਕਮਜ਼ੋਰ ਹੋ ਚੁੱਕੇ ਯੂਰਪੀ ਦੇਸ਼ਾਂ ਤੇ ਆਪਣਾ ਪ੍ਰਭੂਸੱਤਾ ਕਾਇਮ ਕਰਨਾ ਚਾਹੁੰਦੀ ਸੀ। ਸੋਵੀਅਤ ਸੰਘ ਦੀ ਯੋਜਨਾ ਤੁਰਕੀ ਅਤੇ ਗ੍ਰੀਸ ਤੇ ਆਪਣਾ ਦਬਦਬਾ ਬਣਾਉਣ ਦੀ ਸੀ।
ਤੁਰਕੀ ਅਤੇ ਗ੍ਰੀਸ ਦੇ ਕੰਟਰੋਲ ਨਾਲ ਸੋਵੀਅਤ ਸੰਘ ਬਲੈਕ ਸੀ ਦੇ ਜ਼ਰੀਏ ਹੋਣ ਵਾਲੇ ਦੁਨੀਆ ਦੇ ਵਪਾਰ ਨੂੰ ਕੰਟਰੋਲ ਕਰਨਾ ਚਾਹੁੰਦਾ ਸੀ। ਸੋਵੀਅਤ ਸੰਘ ਦੀਆਂ ਇਹਨਾਂ ਵਿਸਤਾਰਵਾਦੀ ਨੀਤੀਆਂ ਦੇ ਨਾਲ ਪੱਛਮੀ ਦੇਸ਼ਾਂ ਅਤੇ ਅਮਰੀਕਾ ਦੇ ਨਾਲ ਉਸਦੇ ਸਬੰਧ ਪੂਰੀ ਤਰ੍ਹਾਂ ਖਰਾਬ ਹੋ ਗਏ। ਆਖਿਰਕਾਰ ਯੂਰਪ ਨੇ ਸੋਵੀਅਤ ਸੰਘ ਦੇ ਪ੍ਰਸਾਰ ਨੂੰ ਰੋਕਣ ਲਈ ਯੂਰਪੀ ਦੇਸ਼ਾਂ ਅਤੇ ਅਮਰੀਕਾ ਨੇ ਮਿਲ ਕੇ ਨਾਟੋ ਦੀ ਨੀਂਹ ਰੱਖੀ। ਆਖਿਰ ਕੀ ਹੈ ਨਾਟੋ ਦਾ ਆਰਟੀਕਲ 5? ਨਾਟੋ ਲਈ ਆਰਟੀਕਲ 5 ਸਭ ਤੋਂ ਮਹੱਤਵਪੂਰਨ ਹੈ ਅਤੇ ਇਸ ਫੌਜੀ ਗੱਠਜੋੜ ਦੀ ਮੂਲ ਆਤਮਾ ਹੈ। ਨਾਟੋ ਦੇ ਆਰਟੀਕਲ 5 ਦੇ ਮੁਤਾਬਕ ਇਹ ਸੰਗਠਨ ਆਪਣੇ ਦੇਸ਼ਾਂ ਦੀ ਸਮੂਹਿਕ ਰੱਖਿਆ ਵਿੱਚ ਯਕੀਨ ਕਰਦਾ ਹੈ। ਇਸ ਦਾ ਮਤਲਬ ਹੈ ਕਿ ਇਸ ਦੇ ਕਿਸੇ ਵੀ ਮੈਂਬਰ ਦੇਸ਼ ਦੇ ਖਿਲਾਫ ਵਾਰੀ ਹਮਲੇ ਨੂੰ ਸਾਰੇ ਸਹਿਯੋਗੀਆਂ ਦੇ ਖਿਲਾਫ ਹਮਲਾ ਮੰਨਿਆ ਜਾਵੇਗਾ। 2001 ਵਿੱਚ ਅਮਰੀਕਾ ਦੇ ਵਰਲਡ ਟ੍ਰੇਡ ਸੈਂਟਰ ਤੇ ਹੋਏ ਅੱਤਵਾਦੀਆਂ ਦੇ ਹਮਲੇ ਤੋਂ ਬਾਅਦ ਨਾਟੋ ਨੇ ਪਹਿਲੀ ਵਾਰ ਆਰਟੀਕਲ 5 ਦਾ ਇਸਤੇਮਾਲ ਕੀਤਾ ਸੀ। ਇਸ ਦੇ ਤਹਿਤ ਅਫਗਾਨਿਸਤਾਨ ਵਿੱਚ ਅੱਤਵਾਦੀਆਂ ਅਤੇ ਤਾਲਿਬਾਨ ਦੇ ਖਿਲਾਫ ਨਾਟੋ ਦੇ ਦੇਸ਼ਾਂ ਦੇ ਫੌਜੀਆਂ ਨੇ ਸੰਯੁਕਤ ਕਾਰਵਾਈ ਕੀਤੀ ਸੀ। ਰੂਸ ਨਾਲ ਕਿਵੇਂ ਵਿਗੜੇ ਨਾਟੋ ਦੇ ਸਬੰਧ? 1991 ਵਿੱਚ ਸੋਵੀਅਤ ਸੰਘ ਦੇ ਵੰਡ ਤੋਂ ਬਾਅਦ ਰੂਸ ਅਤੇ ਨਾਟੋ ਦੇ ਵਿੱਚ ਸਬੰਧ ਵਧੀਆ ਸੀ। 1994 ਵਿੱਚ ਰੂਸ ਨਾਟੋ ਦੇ ਪਾਰਟਨਰਸ਼ਿਪ ਆਫ ਪੀਸ ਪ੍ਰੋਗਰਾਮ ਨਾਲ ਜੁੜਿਆ। ਰੂਸ ਅਤੇ ਨਾਟੋ ਨੇ ਨਾਟੋ ਰਸ਼ੀਆ ਕੌਂਸਲ ਦਾ ਗਠਨ ਕੀਤਾ। 2014 ਵਿੱਚ ਰੂਸ ਦੇ ਕ੍ਰੀਮੀਆ ਤੇ ਹਮਲੇ ਤੋਂ ਬਾਅਦ ਨਾਟੋ ਨੇ ਰੂਸ ਦੇ ਨਾਲ ਸਾਰੇ ਵਿਵਹਾਰਿਕ, ਨਾਗਰਿਕ ਅਤੇ ਫੌਜੀ ਸਹਿਯੋਗ ਨੂੰ ਸਸਪੈਂਡ ਕਰ ਦਿੱਤਾ। 2022 ਵਿੱਚ ਰੂਸ ਅਤੇ ਯੂਕਰੇਨ ਤੇ ਹਮਲੇ ਨੂੰ ਅੰਤਰਰਾਸ਼ਟਰੀ ਕਾਨੂੰਨਾਂ ਦਾ ਉਲੰਘਣ ਦੱਸਦੇ ਹੋਏ ਨਾਟੋ ਨੇ ਇਸ ਦਾ ਵਿਰੋਧ ਕੀਤਾ। ਕੀ ਹੈ ਨਾਟੋ ਦਾ ਬਜਟ ਅਤੇ ਇਸ ਦੀ ਫੌਜ? ਨਾਟੋ ਦੇ ਕੋਲ ਆਪਣੀ ਫੌਜ ਤਾਂ ਸਿਰਫ 20,000 ਹੀ ਹੈ, ਪਰ ਉਸਦੇ ਮੈਂਬਰ ਦੇਸ਼ਾਂ ਦੀ ਫੌਜ ਨੂੰ ਮਿਲਾ ਕੇ ਇਸ ਦੇ ਕੋਲ 30 ਲੱਖ ਤੋਂ ਜ਼ਿਆਦਾ ਐਕਟਿਵ ਫੌਜੀ ਹਨ। 2020 ਵਿੱਚ ਸਾਰੇ ਨਾਟੋ ਮੈਂਬਰਾਂ ਦਾ ਸੰਯੁਕਤ ਫੌਜੀ ਖਰਚ ਸੰਸਾਰਕ ਫੌਜੀ ਖਰਚ ਦੇ ਮੁਕਾਬਲੇ 57% ਵੱਧ ਸੀ। ਨਾਟੋ ਦਾ ਟੀਚਾ ਹੈ ਕਿ ਉਸਦੇ ਸਾਰੇ ਮੈਂਬਰ ਦੇਸ਼ ਆਪਣੀ GDP ਦਾ 2% ਦੀ ਰੱਖਿਆ ਉੱਤੇ ਖਰਚ ਕਰਨ, ਪਰ ਅਜੇ ਤੱਕ ਸਿਰਫ ਅਮਰੀਕਾ, ਬ੍ਰਿਟੇਨ ਅਤੇ ਗ੍ਰੀਸ ਹੀ ਇਸ ਟੀਚੇ ਨੂੰ ਹਾਸਲ ਕਰ ਸਕੇ ਨੇ। 2021 ਵਿੱਚ ਨਾਟੋ ਦੇ ਸਾਰੇ 30 ਦੇਸ਼ਾਂ ਦਾ ਅਨੁਮਾਨਿਤ ਸੰਯੁਕਤ ਰੱਖਿਆ ਖਰਚਾ $1,174 ਅਰਬ ਯਾਨੀ ਕਿ 88.13 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਰਿਹਾ। 2020 ਵਿੱਚ ਨਾਟੋ ਦੇਸ਼ਾਂ ਨੇ $1,106 ਅਰਬ ਯਾਨੀ ਕਿ 83 ਲੱਖ ਕਰੋੜ ਰੁਪਏ ਖਰਚ ਕੀਤੇ। 2021 ਵਿੱਚ ਨਾਟੋ ਦੇ ਕੁੱਲ ਫੌਜੀ ਖਰਚ ਵਿੱਚ ਸਭ ਤੋਂ ਜ਼ਿਆਦਾ ਯੋਗਦਾਨ ਅਮਰੀਕਾ ਦਾ ਸੀ। ਅਮਰੀਕਾ ਨੇ 69% ਯੋਗਦਾਨ ਦਿੱਤਾ ਅਤੇ ਉਸਨੇ ਇਕੱਲੇ ਨੇ $811 ਅਰਬ ਯਾਨੀ ਕਿ 60 ਲੱਖ ਕਰੋੜ ਰੁਪਏ ਖਰਚ ਕੀਤੇ। ਬਾਕੀ 29 ਦੇਸ਼ਾਂ ਨੇ $383 ਅਰਬ ਯਾਨੀ ਕਿ 27 ਲੱਖ ਕਰੋੜ ਰੁਪਏ ਖਰਚ ਕੀਤੇ। ਰੱਖਿਆ ਖਰਚ ਤੋਂ ਇਲਾਵਾ ਇੱਕ ਅੰਤਰਮਹਾਦੀਪੀ ਰਾਜਨੀਤਿਕ ਗੱਠਜੋੜ ਚਲਾਉਣ ਲਈ ਨਾਟੋ ਸਾਲਾਨਾ ਲਗਭਗ $3 ਅਰਬ ਯਾਨੀ ਕਿ 22,500 ਕਰੋੜ ਰੁਪਏ ਖਰਚ ਕਰਦਾ ਹੈ। ਨਾਟੋ ਦੇ 30 ਮੈਂਬਰ ਦੇਸ਼ਾਂ ਦਾ ਦੁਨੀਆ ਦੀ GDP ਵਿੱਚ 50% ਯੋਗਦਾਨ ਹੈ। ਇਹ ਸੀ ਨਾਰਥ ਅਟਲਾਂਟਿਕ ਟ੍ਰੀਟੀ ਯਾਨੀ ਕਿ ਨਾਟੋ ਬਾਰੇ ਸਾਡੀ ਪੂਰੀ ਰਿਪੋਰਟ। ਇਹ ਰਿਪੋਰਟ ਤੁਹਾਨੂੰ ਕਿਹੋ ਜਿਹੀ ਲੱਗੀ ਆਪਣੇ ਸੁਝਾਅ ਦੇਣਾ ਨਾ ਭੁੱਲਣਾ। ਦੇਖਦੇ ਰਹੋ TV ਪੰਜਾਬ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਪੂਰਾ ਟੈਕਸਟਾਈਲ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ TV ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ TV ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।